ਗੁੱਡ ਮਾਰਨਿੰਗ ਸਟੂਡੈਂਟਸ। ਤੋਂ ਅੱਜ ਆਪਾਂ ਸਟਾਰਟ ਕਰਾਂਗੇ ਵੀ ਇਹਦੇ ਵਿੱਚ ਐਟੋਮਿਕ ਮਾਸ ਯੂਨਿਟ ਦੇ ਬਾਰੇ। ਕਿਸੇ ਵੀ ਐਟਮ ਦੇ ਮਾਸ ਨੂੰ ਆਪਾਂ ਜਿਹੜੀ ਯੂਨਿਟ ਦੇ ਵਿੱਚ ਫਾਈਂਡ ਕਰੀਦਾ, ਜਿੱਦਾਂ ਕਿ ਆਪਾਂ ਆਮ ਕਿਸੇ ਚੀਜ਼ ਦੇ ਮਾਸ ਨੂੰ ਗ੍ਰਾਮਸ ਦੇ ਵਿੱਚ, ਕਿਲੋਗ੍ਰਾਮਸ ਦੇ ਵਿੱਚ ਸੋਲ ਕਰਦੇ ਹਾਂ, ਉੱਦਾਂ ਹੀ ਐਟਮ ਬਹੁਤ ਹੀ ਛੋਟੇ ਹੁੰਦੇ ਆ। ਇਸ ਕਰਕੇ ਉਹਨਾਂ ਦੇ ਮਾਸ ਨੂੰ ਵੇਖਣ ਲਈ ਆਪਾਂ ਕੋਈ ਅਲੱਗ ਇੱਕ ਛੋਟੀ ਜੀ ਯੂਨਿਟ ਬਣਾਈ ਹੁੰਦੀ, ਠੀਕ ਆ। ਉਹਨੂੰ ਆਪਾਂ ਬੋਲਦੇ ਹਾਂ ਇਹਦੇ ਵਿੱਚ ਐਟੋਮਿਕ ਮਾਸ ਯੂਨਿਟ, ਜਾਂ ਸ਼ਾਰਟਕਟ ਦੇ ਵਿੱਚ AMU, ਜਾਂ ਇਸ ਤੋਂ ਵੀ ਸ਼ਾਰਟਕਟ ਦੇ ਵਿੱਚ ਆਪਾਂ ਇਹਨੂੰ ਇਕੱਲੇ ਯੂ ਨਾਲ ਵੀ ਰਿਪਰੈਜ਼ੈਂਟ ਕਰ ਦਿੰਦੇ। ਆਪਾਂ ਇਸ ਤੋਂ ਪਹਿਲਾਂ ਵੀ ਇਹਨੂੰ ਯੂਜ਼ ਕੀਤਾ ਸੀਗਾ। ਸੋ 1 AMU is defined as the ਕੁਆਂਟਿਟੀ ਆਫ ਮਾਸ। ਕਹਿੰਦਾ ਇੱਕ AMU ਕੀ ਆ, ਮਾਸ ਦਾ ਉਹ ਅਮਾਊਂਟ ਆ ਵਿਚ ਇਕੁਅਲਸ ਟੂ 1/12th, ਮਤਲਬ 1/12ਵਾਂ ਹਿੱਸਾ ਆਫ ਦਾ ਮਾਸ ਆਫ ਐਨ ਐਟਮ ਆਫ ਦਾ ਕਾਰਬਨ। ਕਾਰਬਨ ਦੇ ਇੱਕ ਐਟਮ ਦੇ ਮਾਸ ਨੂੰ ਜੇ ਤੁਸੀਂ 12 ਨਾਲ ਡਿਵਾਈਡ ਕਰ ਦੋਗੇ, ਸਿੰਪਲ ਭਾਸ਼ਾ ਦੇ ਵਿੱਚ ਜੇ ਆਪਾਂ ਦੇਖੀਏ, ਕਾਰਬਨ ਦਾ ਇੱਕ ਐਟਮ ਹੋਵੇ, ਉਹਨੂੰ ਤੁਸੀਂ 12 ਨਾਲ ਡਿਵਾਈਡ ਕਰ ਦਿਓ ਉਹਦੇ ਮਾਸ ਨੂੰ, ਜਿੰਨਾ ਆਨਸਰ ਆਊਗਾ ਉਹਨੂੰ ਆਪਾਂ ਕੀ ਕਹਿਤਾ, 1 AMU, ਠੀਕ ਆ। ਅਤੇ ਕਾਰਬਨ ਜਿਹੜਾ ਆਪਾਂ ਯੂਜ਼ ਕਰਨਾ ਉਹਦਾ ਮਾਸ ਵੀ ਤੁਹਾਡੇ ਕੋਲ 12 ਵਾਲਾ ਹੋਣਾ ਚਾਹੀਦਾ। ਆਪਾਂ ਯਾਦ ਕੀਤਾ ਸੀਗਾ ਨਾ ਕਿ ਕਾਰਬਨ ਦਾ ਮਾਸ ਕਿੰਨਾ ਹੁੰਦਾ, 12, ਠੀਕ ਆ। ਉਹ ਆਪਾਂ ਇੱਥੇ ਵੈਲਿਊ ਯੂਜ਼ ਕਰਨੀ। ਇਹਨੂੰ ਸੋਲਵ ਕਰਕੇ ਦੇਖਾਂਗੇ ਤੇ 1 AMU ਦੀ ਵੈਲਿਊ ਕਿੰਨੀ ਆ ਜਾਂਦੀ ਆ, 1.66056 ਇੰਟੂ 10⁻⁻24 ਗ੍ਰਾਮਸ ਦੇ ਵਿੱਚ। ਤੁਸੀਂ ਆਹ ਵਾਲੀ ਵੈਲਿਊ ਯਾਦ ਰੱਖਣੀ ਹੈ, ਕਿਲੋਗ੍ਰਾਮ ਵਾਲੀ, ਠੀਕ ਆ। ਕੋਸ਼ਿਸ਼ ਕਰੋ ਇਹਨੂੰ ਯਾਦ ਰੱਖਣ ਦੀ। 1.66 ਤੱਕ ਤਾਂ ਯਾਦ ਰੱਖਣੀ ਸਾਰਿਆਂ ਨੇ, ਅੱਗੇ ਤੱਕ ਹੋ ਸਕਦੀ ਤੇ ਜ਼ਿਆਦਾ ਵਧੀਆ, ਠੀਕ ਆ। ਸੋ ਆਪਾਂ ਐਟੋਮਿਕ ਮਾਸ ਯੂਨਿਟ ਨੂੰ ਪਹਿਲਾਂ ਡਿਫਾਈਨ ਕਰ ਲਿਆ ਵਾ। ਹੁਣ ਸਾਰਿਆਂ ਨੇ AMU ਦੀ ਡੈਫੀਨੇਸ਼ਨ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ। ਇਹ ਤੋਂ ਹੀ ਫਿਰ ਆਪਾਂ ਅੱਗੇ ਸੋਲਵ ਕਰ ਲੈਂਦੇ ਹਾਂ ਐਟੋਮਿਕ ਮਾਸ ਆਫ ਐਨ ਐਲੀਮੈਂਟ, ਜਿਹੜੇ ਆਪਾਂ ਉਦੋਂ ਯਾਦ ਕੀਤੇ ਸੀਗੇ ਨਾ ਸਾਰੇ, ਕਿ ਹਾਈਡਰੋਜਨ ਦਾ ਮਾਸ ਹੁੰਦਾ 1, ਆਕਸੀਜਨ ਦਾ ਹੁੰਦਾ 16। ਉਹ ਸਾਰੇ ਮਾਸ ਇਸੇ ਫਾਰਮੂਲੇ ਨਾਲ ਸੋਲਵ ਕੀਤੇ ਗਏ ਸੀਗੇ। ਐਟੋਮਿਕ ਮਾਸ ਆਫ ਐਨ ਐਲੀਮੈਂਟ, ਕਿਸੇ ਵੀ ਐਲੀਮੈਂਟ ਦਾ ਐਟੋਮਿਕ ਮਾਸ ਕੀ ਹੁੰਦਾ, ਉਸ ਐਟਮ ਦਾ ਮਾਸ ਜਿਹੜਾ ਕਿ ਗ੍ਰਾਮ ਦੇ ਵਿੱਚ ਹੋਊਗਾ, ਉਹਨੂੰ ਡਿਵਾਈਡ ਕਰ ਦਿਓ AMU ਦੇ ਨਾਲ, ਮਤਲਬ ਕਿ 1/12th ਮਾਸ ਆਫ ਦਾ ਕਾਰਬਨ ਐਟਮ। ਉਹ ਤੋਂ ਜਿਹੜਾ ਆਨਸਰ ਹੁੰਦਾ ਉਹ ਹੁੰਦਾ ਐਟੋਮਿਕ ਮਾਸ, ਜਾਂ ਆਪਾਂ ਇਹਨੂੰ ਕਹਿੰਦੇ ਰਿਲੇਟਿਵ ਐਟੋਮਿਕ ਮਾਸ। ਰਿਲੇਟਿਵ ਵਰਡ ਦਾ ਮਤਲਬ ਹੁੰਦਾ ਕਿਸੇ ਦੂਜੇ ਦੇ ਹਿਸਾਬ ਨਾਲ ਸੋਲਵ ਕੀਤਾ ਗਿਆ, ਠੀਕ ਆ। ਤੁਸੀਂ ਸਿਰਫ ਇਸ ਫਾਰਮੂਲੇ ਨੂੰ ਯਾਦ ਰੱਖਣਾ ਹੈ, ਆਪਣਾ ਜ਼ਿਆਦਾ ਕਿਤੇ ਯੂਜ਼ ਨਹੀਂ ਹੋਣਾ। ਇਹ ਸਿਰਫ ਤੁਹਾਨੂੰ ਤਾਂ ਦੱਸਿਆ ਗਿਆ ਕਿ ਜਿਹੜੇ ਆਪਾਂ ਉਹ ਮਾਸ ਯਾਦ ਕਰਦੇ ਹਾਂ ਨਾ 20 ਤੱਕ ਐਲੀਮੈਂਟਸ ਦੇ, ਉਹ ਸਾਰੇ ਇਸੇ ਫਾਰਮੂਲੇ ਨਾਲ ਸੋਲਵ ਕੀਤੇ ਜਾਂਦੇ। ਅਸਲ ਦੇ ਵਿੱਚ ਪਹਿਲਾਂ ਉਹਨਾਂ ਦੇ ਮਾਸ ਆਪਣੇ ਕੋਲ ਗ੍ਰਾਮ ਦੇ ਵਿੱਚ ਹੀ ਹੁੰਦੇ। ਗ੍ਰਾਮ ਦੇ ਵਿੱਚ ਨਾ ਫਿਰ ਸਾਰਿਆਂ ਦੇ ਮਾਸ ਇੱਦਾਂ ਦੇ ਹੁੰਦੇ ਜਿੱਦਾਂ ਦੀ ਆ ਆਪਣੇ ਕੋਲ AMU ਦੀ ਵੈਲਿਊ। ਇਹਨਾਂ ਨੂੰ ਤਾਂ ਯਾਦ ਰੱਖਣਾ ਹੀ ਬਹੁਤ ਔਖਾ ਵਾ, ਇਸ ਕਰਕੇ ਫਿਰ ਉਹਨਾਂ ਨੂੰ ਯਾਦ ਰੱਖਣਾ ਆਪਣੇ ਲਈ ਈਜ਼ੀ ਹੋਵੇ, ਸਿੰਪਲ ਫੋਮ ਦੇ ਵਿੱਚ ਸੋਲਵ ਕੀਤਾ ਹੋਇਆ। ਇਸ ਕਰਕੇ ਆਪਾਂ ਉਹੀ ਵਾਲੇ ਮਾਸ ਹਮੇਸ਼ਾ ਯੂਜ਼ ਕਰਦੇ, ਗ੍ਰਾਮ ਵਾਲੇ ਨਹੀਂ ਯੂਜ਼ ਕਰਦੇ, ਠੀਕ ਆ। ਓਕੇ ਆ ਵੀ। ਅੱਗੇ ਦੇਖਦੇ ਹਾਂ ਇਸ ਤੋਂ ਬਾਅਦ ਚੋਂ ਐਵਰੇਜ ਐਟੋਮਿਕ ਮਾਸ। ਇਹ ਇੱਕ ਨਿਊ ਟੋਪਿਕ ਆ ਤੁਹਾਡੇ ਲਈ, ਇਹਨੂੰ ਖਿਆਲ ਨਾਲ ਦੇਖਿਓ। ਹੁਣ ਦੇਖੋ ਵੀ, ਸ਼ਾਇਦ ਤੁਸੀਂ ਇਹ ਵਰਡ ਪਹਿਲਾਂ ਕਿਤੇ ਸੁਣਿਆ ਹੋਵੇ, ਆਈਸੋਟੋਪਸ, ਠੀਕ ਆ। ਤੁਹਾਨੂੰ ਮੈਂ ਪਹਿਲਾਂ ਆਈਸੋਟੋਪ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੰਦਾ। ਆਈਸੋਟੋਪ ਕੀ ਹੁੰਦਾ ਕਿ ਸੇਮ ਐਲੀਮੈਂਟ ਦੀਆਂ ਦੋ ਫੋਰਮਸ ਜਾਂ ਦੋ ਤੋਂ ਜ਼ਿਆਦਾ ਫੋਰਮਸ ਅਲੱਗ-ਅਲੱਗ ਹੁੰਦੀਆਂ, ਉਹਨਾਂ ਦੇ ਮਾਸ ਅਲੱਗ-ਅਲੱਗ ਹੁੰਦੇ। ਜਿੱਦਾਂ ਸ਼ਾਇਦ ਤੁਸੀਂ ਕਿਤੇ ਰੀਡ ਕੀਤਾ ਹੋਊਗਾ ਕਿ ਹਾਈਡਰੋਜਨ ਇੱਕ ਹੁੰਦਾ 1H1, ਇੱਕ ਹੁੰਦਾ 1H2, ਠੀਕ ਆ, ਇੱਕ ਹੁੰਦਾ 1H3, ਠੀਕ ਆ। ਮਤਲਬ ਆ ਜਿਹੜਾ ਉੱਪਰਲਾ 1 2 3 ਆ ਨਾ, ਇਹ ਉਹਦਾ ਮਾਸ ਆ, ਮਤਲਬ ਹਾਈਡਰੋਜਨ ਹੀ ਆ ਪਰ ਉਹਦੇ ਮਾਸ ਅਲੱਗ-ਅਲੱਗ ਆ, ਠੀਕ ਆ। ਇਹਨਾਂ ਨੂੰ ਆਪਾਂ ਬੋਲਦੇ ਆਈਸੋਟੋਪਸ ਵਿਚ ਹੈਵ ਸੇਮ ਐਟੋਮਿਕ ਨੰਬਰ ਬਟ ਡਿਫਰੈਂਟ ਮਾਸ ਨੰਬਰ, ਠੀਕ ਆ। ਬਾਕੀ ਇਹਦੇ ਬਾਰੇ ਆਪਣੇ ਅਗਲੇ ਚੈਪਟਰ ਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ ਆਈਸੋਟੋਪਸ ਕੀ ਹੁੰਦੇ, ਉੱਥੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਲਿਖਵਾਊਂਗਾ, ਡੈਫੀਨੇਸ਼ਨ ਦਊਂਗਾ। ਹਾਲੇ ਤੁਸੀਂ ਇੰਨਾ ਕਿ ਇਹਦੇ ਬਾਰੇ ਯਾਦ ਰੱਖ ਲਓ, ਠੀਕ ਆ, ਤਾਂ ਕਿ ਤੁਹਾਨੂੰ ਚਲੋ ਥੋੜ੍ਹਾ ਜਿਹਾ ਸੁਣ ਕੇ ਆਈਡੀਆ ਹੋ ਜਾਵੇ ਕੀ ਹੁੰਦੇ ਆਈਸੋਟੋਪ। ਐਟੋਮਿਕ ਨੰਬਰ ਸੇਮ ਆ ਬਟ ਮਾਸ ਅਲੱਗ-ਅਲੱਗ ਹੋਵੇ, ਠੀਕ ਆ। ਐਟੋਮਿਕ ਨੰਬਰ ਸੇਮ ਹੋਵੇ, ਮਾਸ ਅਲੱਗ-ਅਲੱਗ ਹੋਵੇ। ਹੁਣ ਆਪਾਂ ਦੇਖਦੇ ਹਾਂ, ਜਦੋਂ ਕਿਸੇ ਵੀ ਐਲੀਮੈਂਟ ਦੇ ਆਈਸੋਟੋਪ ਐਗਜ਼ਿਸਟ ਕਰਦੇ ਆ ਨਾ, ਫਿਰ ਆਪਾਂ ਨੂੰ ਉਹਦਾ ਐਵਰੇਜ ਐਟੋਮਿਕ ਮਾਸ ਸੋਲਵ ਕਰਨਾ ਪੈਂਦਾ। ਐਵਰੇਜ ਐਟੋਮਿਕ ਮਾਸ ਆਫ ਐਨ ਐਲੀਮੈਂਟ ਇਜ਼ ਕੈਲਕੂਲੇਟਡ ਬਾਏ ਡਿਟਰਮਿਨਿੰਗ ਦਾ ਐਟੋਮਿਕ ਮਾਸਿਸ ਆਫ ਈਚ ਆਈਸੋਟੋਪ। ਸਾਰੇ ਆਈਸੋਟੋਪ ਦਾ ਅਲੱਗ-ਅਲੱਗ ਮਾਸ ਕੱਢ ਲਓ, ਸੈਪਰੇਟਲੀ ਮਤਲਬ ਅਲੱਗ-ਅਲੱਗ, ਐਂਡ ਦੈਨ ਕੰਬਾਈਨ ਦੈਮ, ਫਿਰ ਉਹਨਾਂ ਨੂੰ ਜੁਆਇਨ ਕਰਵਾਓ ਇਨ ਦਾ ਰੇਸ਼ੀਓ ਆਫ ਦੇਅਰ ਪ੍ਰਪੋਰਸ਼ਨ ਆਫ ਅਕਰੈਂਸ।
ਕੰਬਾਈਨ them ਇਨ ਦਾ ਰੇਸ਼ੋ ਆਫ देयर ਪ੍ਰਪੋਰਸ਼ਨ। ਉਹਨਾਂ ਦਾ ਕਿੰਨਾ ਕਿੰਨਾ ਹਿੱਸਾ ਵਾ ਆਪਣੇ ਕੋਲ, ਜਿੱਦਾਂ ਕਹਿ ਸਕਦੇ ਹਾਂ ਕਿ ਇੱਕ ਚੀਜ਼ 20% ਆ, ਦੂਜੀ ਚੀਜ਼ 80% ਆ, ਠੀਕ ਆ, ਮਤਲਬ ਅੱਕਰ ਕਰਦੀ ਪਈ, ਐਗਜ਼ਿਸਟ ਕਰਦੀ ਪਈ ਹੈ ਆਪਣੇ ਕੋਲ 80% ਆ 20% ਆ, ਉਹਦੇ ਹਿਸਾਬ ਨਾਲ ਫਿਰ ਉਹਨੂੰ ਸੋਲਵ ਕਰ ਲਓ। ਤੁਸੀਂ ਅਗਲੀ ਐਗਜ਼ਾਮਪਲ ਯਾਦ ਰੱਖਣੀ ਹੈ ਮੇਨ ਦੀ, ਇਹ ਵਾਲੀ ਡੈਫੀਨੇਸ਼ਨ ਚਾਹੇ ਨਾ ਯਾਦ ਰੱਖੋ, ਆਹ ਵਾਲੀ ਐਗਜ਼ਾਮਪਲ ਯਾਦ ਰੱਖਣੀ ਇੰਪੋਰਟੈਂਟ ਹੈ, ਠੀਕ ਹੈ, ਇਹਨੂੰ ਇੰਪੋਰਟੈਂਟ ਇੱਥੇ ਸਟਾਰ ਪਾ ਲਿਓ, ਇਹਨੂੰ ਯਾਦ ਰੱਖਣਾ। ਕਲੋਰੀਨ ਆ ਜਿੱਦਾਂ, ਠੀਕ ਹੈ, Cl, ਇਹਦਾ ਐਟੋਮਿਕ ਨੰਬਰ 17 ਹੁੰਦਾ। ਇਹਦੇ ਨਾ 2 ਆਈਸੋਟੋਪ ਹੁੰਦੇ, ਇੱਕ ਦਾ ਮਾਸ ਹੁੰਦਾ 35, ਇੱਕ ਦਾ ਮਾਸ ਹੁੰਦਾ 37, ਠੀਕ ਆ। ਅਤੇ ਆਪਣੇ ਐਟਮੋਸਫੀਅਰ ਦੇ ਵਿੱਚ ਨਾ ਜਿਹੜੀ 35 ਵਾਲੀ ਆ, ਉਹ ਆਪਣੀ 75% ਇਹੀ ਐਗਜ਼ਿਸਟ ਕਰਦੀ, ਮਤਲਬ ਜ਼ਿਆਦਾ ਹਿੱਸਾ ਇਹਦਾ ਵਾ। ਜਿਹਦਾ ਮਾਸ ਹੈਗਾ 37, ਉਹ ਸਿਰਫ ਹੈਗੀ ਹੈ 25%, ਠੀਕ ਹੈ। ਸੋ ਆਪਾਂ ਇਹਨਾਂ ਦੋਨਾਂ ਨੂੰ ਜੁਆਇਨ ਕਰਕੇ ਨਾ ਇਹਦਾ ਫਿਰ ਐਵਰੇਜ ਐਟੋਮਿਕ ਮਾਸ ਸੋਲਵ ਕਰਦੇ ਹਾਂ। 35 × 75 ਕਰ ਦੇਣਾ। ਕਿੱਦਾਂ ਸੋਲਵ ਕਰਨਾ, ਇਸ ਮਾਸ ਨੂੰ 75 ਨਾਲ ਮਲਟੀਪਲਾਈ ਕੀਤਾ ਅਤੇ 37 ਨੂੰ ਇਹਨਾਂ ਮਲਟੀਪਲਾਈ ਕੀਤਾ, ਦੋਨਾਂ ਨੂੰ ਜੋੜਤਾ। ਡਿਵਾਈਡ ਦੇ ਵਿੱਚ ਆਪਾਂ ਇਹਨਾਂ ਦੋਨਾਂ ਦਾ ਜੋੜ ਰੱਖਣਾ, ਮਤਲਬ ਕਿ 100% ਟੋਟਲ ਨਾਲ ਡਿਵਾਈਡ ਕਰ ਦੇਣਾ, ਉਹ ਸੋਲਵ ਹੋ ਕੇ ਆਉਂਦਾ 35.5। ਇਹ ਮੈਂ ਤੁਹਾਨੂੰ ਉਦੋਂ ਵੀ ਯਾਦ ਕਰਵਾਇਆ ਸੀਗਾ ਕਿ ਕਲੋਰੀਨ ਦਾ ਮਾਸ 35.5 ਹੁੰਦਾ, ਉਹ ਇੱਦਾਂ ਸੋਲਵ ਕਰਕੇ ਆਉਂਦਾ, ਠੀਕ ਆ। ਇਹ ਗੱਲ ਤੁਸੀਂ ਯਾਦ ਰੱਖਣੀ। ਇਹ ਕੀ ਸੀਗਾ, ਐਵਰੇਜ ਐਟੋਮਿਕ ਮਾਸ। ਐਵਰੇਜ ਆਪਾਂ ਸੋਲਵ ਕੀਤੀ ਨਾ, ਜਿੱਦਾਂ ਆਪਾਂ ਐਵਰੇਜ ਸੋਲਵ ਕਰਦੇ ਹੁੰਦੇ ਹਾਂ ਮਾਰਕਸ ਦੀ, ਉੱਦਾਂ ਹੀ ਆਪਾਂ ਇਹ ਇਕੱਠੇ। ਨੈਕਸਟ ਹੈਗਾ ਵੀ ਤੁਹਾਡੇ ਕੋਲ ਗ੍ਰਾਮ ਐਟੋਮਿਕ ਮਾਸ, ਠੀਕ ਹੈ, ਜਾਂ ਆਪਾਂ ਇਹਨੂੰ ਕਹਿੰਦੇ ਹੁੰਦੇ ਗ੍ਰਾਮ ਐਟਮ। ਇਹ ਤਾਂ ਕਾਫੀ ਸਿੰਪਲ ਚੀਜ਼ ਆ ਕਿ ਜਿੱਦਾਂ ਕਿਸੇ ਵੀ ਐਲੀਮੈਂਟ ਦਾ ਮਾਸ ਆਪਾਂ AMU ਦੇ ਵਿੱਚ ਸੋਲਵ ਕੀਤਾ ਸੀਗਾ, ਜੇ ਆਪਾਂ ਉਸ ਮਾਸ ਨੂੰ ਗ੍ਰਾਮ ਦੇ ਵਿੱਚ ਲਿਖ ਦਈਏ, ਉਹਨੂੰ ਆਪਾਂ ਕਹਿ ਦਿੰਦੇ ਗ੍ਰਾਮ ਐਟੋਮਿਕ ਮਾਸ। ਜਿੱਦਾਂ ਕਿ ਐਟੋਮਿਕ ਮਾਸ ਆਫ ਦਾ ਹਾਈਡਰੋਜਨ ਕਿੰਨਾ ਹੁੰਦਾ 14 AMU, ਪਰ ਜੇ ਆਪਾਂ ਉਹਦਾ ਗ੍ਰਾਮ ਐਟੋਮਿਕ ਮਾਸ ਦੇਖੀਏ, ਆਪਾਂ U ਨੂੰ ਹਟਾ ਕੇ ਕੀ ਲਿਖ ਦੇਣਾ 14 ਗ੍ਰਾਮ ਬਸ, ਠੀਕ ਹੈ। ਇਹਦੇ ਵਿੱਚ ਇੰਨਾ ਕੀ ਹੁੰਦਾ, ਇਹ ਹੁੰਦਾ ਗ੍ਰਾਮ ਐਟੋਮਿਕ ਮਾਸ। ਸੋ ਅੱਜ ਆਪਾਂ ਕੀ ਰੀਡ ਕੀਤਾ ਵੀ, ਇੱਕ ਆਪਾਂ ਕੀਤਾ ਐਟੋਮਿਕ ਮਾਸ ਯੂਨਿਟ, ਠੀਕ ਆ, ਫਿਰ ਆਪਾਂ ਕੀਤਾ ਐਟੋਮਿਕ ਮਾਸ ਆਫ ਐਨ ਐਲੀਮੈਂਟ ਕਿੱਦਾਂ ਕੱਢਣਾ, ਫਿਰ ਆਪਾਂ ਦੇਖਿਆ ਐਵਰੇਜ ਐਟੋਮਿਕ ਮਾਸ, ਫਿਰ ਆਪਾਂ ਦੇਖਿਆ ਗ੍ਰਾਮ ਐਟੋਮਿਕ ਮਾਸ। ਪਹਿਲੋਂ ਸਾਰਾ ਕੁਝ ਨੋਟ ਕਰੋ, ਵੀਡੀਓ ਨੂੰ ਧਿਆਨ ਨਾਲ ਸੁਣੋ, ਠੀਕ ਆ। ਫਿਰ ਵੀ ਜੇ ਕੋਈ ਵੀ ਚੀਜ਼ ਨਾ ਪਤਾ ਲੱਗੇ ਤਾਂ ਮੇਰੇ ਕੋਲੋਂ ਪੁੱਛ ਲਓ।